ਹੁਣ ਬ੍ਰਾਹਮਣਵਾਦ ਜਿਹੜਾ ਉਹਦੇ ਵਾਸਤੇ ਕੋਈ ਟਿਕਾਣਾ ਨਹੀਂ ਰਿਹਾ। ਪਹਿਲਾਂ ਤੇ ਸੀ ਮੂਰਤੀ ਪੂਜਾ ਦੀ ਵਿਰੋਧਤਾ, ਪਹਿਲਾਂ ਤੇ ਸੀ ਧਰਮ ਨੂੰ ਧੰਦਾ ਬਣਾਉਣਾ, ਪਹਿਲਾਂ ਤੇ ਸੀ ਵਿਚਾਰਧਾਰਾ ਦਾ ਪੱਖ ਜਿਹੜਾ ਉੱਚਾ ਹੋਣਾ। ਸਭ ਤੋਂ ਵੱਡੀ ਸਮੱਸਿਆ ਸੀ ਕਿ ਇੱਕ ਸ਼ੂਦਰ ਧਰਮ ਦਾ ਗਿਆਨ ਦੇ ਰਿਹਾ ਹੈ, ਤੇ ਹੁਣ ਸਭ ਤੋਂ ਵੱਡੀ ਸਮੱਸਿਆ ਹੋ ਗਈ ਕਿ ਜਿਸ ਨੂੰ ਬ੍ਰਾਹਮਣ ਦਾ ਸਕੂਲ ਆਫ ਥਾਟ ਕਹਿੰਦਾ ਹੈ ਕਿ ਔਰਤ ਜਿਹੜੀ ਹੈ ਇਸ ਨੂੰ ਗੁਰੂ ਦੀਖਿਆ ਦਿੱਤੀ ਨਹੀਂ ਜਾ ਸਕਦੀ। ਇੱਕ ਰਾਜ ਘਰਾਣੇ ਦੀ ਔਰਤ ਨੂੰ ਗੁਰੂ ਦੀਖਿਆ ਦਿੱਤੀ ਹੈ, ਉਹ ਵੀ ਇੱਕ ਦਲਿਤ ਨੇ ਦਿੱਤੀ ਹੈ, ਬ੍ਰਾਹਮਣ ਬਰਦਾਸ਼ਤ ਕਿਵੇਂ ਕਰੇ। ਔਰ ਭਗਤ ਰਵਿਦਾਸ ਜੀ ਚਿਤੌੜਗੜ੍ਹ ਦੇ ਇਲਾਕੇ 'ਚ ਆਏ। ਉਸ ਇਲਾਕੇ ਦੇ ਵਿੱਚ ਜਦੋਂ ਉਹ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਬਹਿ ਕੇ ਆਪਣੇ ਗਿਆਨ ਦਾ ਚਾਨਣ ਫੈਲਾਉਂਦੇ ਨੇ, 3 ਵਾਰੀ ਇਤਿਹਾਸਕਾਰ ਦੱਸਦੇ ਨੇ ਕਿ ਰਾਣੀ ਜਿਹੜੀ ਸੀ ਮੀਰਾ, ਉਹ ਆਪਣੇ ਕਿਲੇ ਦੇ ਵਿੱਚੋਂ ਦਾਸੀਆਂ ਵਾਲੇ ਕੱਪੜੇ ਪਾ ਕੇ ਆਈ ਤੇ ਉਸਨੇ ਸੰਗਤ ਦੇ ਵਿੱਚ ਬਹਿ ਕੇ ਉਹਨਾਂ ਦੇ ਗਿਆਨ ਨੂੰ ਸੁਣਿਆ। ਕੁਦਰਤਨ ਪਤੀ ਦੀ ਮੌਤ ਹੋ ਚੁੱਕੀ ਸੀ। ਜਿਹੜਾ ਦੇਵ ਸੀ ਉਦਵ ਰਾਓ ਬੜੇ ਭੈੜੇ ਸੁਭਾਅ ਦਾ ਸੀ, ਉਸਨੇ ਪਹਿਰੇ ਲਾ ਦਿੱਤੇ, ਇੱਥੋਂ ਤੱਕ ਕਿ ਇੱਕ ਵਾਰੀ ਇਸ ਦੀ ਨਨਾਣ ਜਿਹੜੀ ਸੀ ਉਹ ਵੀ ਇਸ ਦੇ ਬੜੀ ਖਿਲਾਫ ਸੀ। ਬਾਅਦ ਵਿੱਚ ਜਦੋਂ ਉਸ ਨੂੰ ਮੀਰਾ ਬਾਈ ਦੇ ਅਧਿਆਤਮਕ ਉਸ ਦਾ ਆਤਮਿਕ ਪ੍ਰਕਾਸ਼ ਦਾ ਪਤਾ ਲੱਗਾ ਤੇ ਇਹਦੇ ਅੱਗੇ ਝੁੱਕ ਗਈ। ਪਹਿਲਾਂ ਉਹ ਵੀ ਖਿਲਾਫ ਸੀ। ਘਰਾਂ 'ਚ ਹੁੰਦਾ ਇਸ ਤਰ੍ਹਾਂ। ਇੱਕ ਵਾਰੀ ਕਹਿੰਦੇ ਨੇ ਕਿ ਮੀਰਾ ਬਾਈ ਇਕੱਲੀ ਕਮਰੇ ਦੇ ਵਿੱਚ ਸੀ, ਇਹਦੀ ਨਨਾਣ ਆਪਣੇ ਭਰਾ ਨੂੰ, ਇਸ ਦੇ ਦਿਓਰ ਨੂੰ ਜਾ ਕੇ ਚੁੱਕਦੀ ਹੈ, ਕਹਿੰਦੀ ਕਮਰੇ ਦੇ ਵਿੱਚੋਂ ਗੱਲਾਂ ਦੀ ਆਵਾਜ਼ ਆ ਰਹੀ ਹੈ, ਜ਼ਰੂਰ ਕੋਈ ਮਰਦ ਆਇਆ ਹੋਵੇਗਾ। ਦਰਵਾਜ਼ਾ ਬੰਦ ਸੀ। ਇਸ ਦਾ ਦੇਵਰ ਕਿਰਪਾਨ ਲੈ ਕੇ ਦਰਵਾਜ਼ੇ ਨੂੰ ਤੋੜ ਕੇ ਅੰਦਰ ਗਿਆ ਤੇ ਮੀਰਾ ਬਾਈ ਬੈਠੀ ਪਰਮਾਤਮਾ ਦਾ ਸਿਮਰਨ ਕਰ ਰਹੀ ਸੀ। ਸ਼ਰਮਿੰਦਾ ਹੋਇਆ ਬਾਹਰ ਆ ਗਿਆ, ਪਰ ਉਸਨੇ ਪਹਿਰੇ ਲਗਾ ਦਿੱਤੇ ਕਿ ਇਸ ਨੂੰ ਮੈਂ ਕਦੀ ਵੀ ਹੁਣ ਕਿਲੇ 'ਚੋਂ ਬਾਹਰ ਨਹੀਂ ਜਾਣ ਦੇਣਾ ਕਿ ਇਹ ਕਿਸੇ ਦਲਿਤ ਦੇ ਕੋਲੋਂ ਜਾ ਕੇ ਗਿਆਨ ਦਾ ਚਾਨਣ ਲੈ ਸਕੇ। ਪਰ ਜਿਹੜੇ ਬ੍ਰਾਹਮਣ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਰਵਿਦਾਸ ਦੀ ਵਿਚਾਰਧਾਰਾ ਨੂੰ ਰੋਕਿਆ ਜਾ ਸਕੇ, ਕਿਉਂਕਿ ਰਵਿਦਾਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਚੁੱਕੀ ਹੈ ਇੱਕ ਉੱਚੇ ਖਾਨਦਾਨ ਦੀ ਨੂੰਹ, ਇੱਕ ਉੱਚੇ ਪਰਿਵਾਰ ਦੀ ਬੇਟੀ। ਤੇ ਜਦੋਂ ਉੱਚੇ ਪਰਿਵਾਰ ਦੇ ਲੋਕ ਭਗਤ ਜੀ ਦੀ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਗਿਆਨ ਦੇ ਚਾਨਣ ਦੀ ਛਤਰੀ ਹੇਠ ਆ ਗਏ ਨੇ, ਕੁਦਰਤਨ ਜਿਹੜੇ ਆਮ ਲੋਕ ਨੇ ਵੱਧ ਜੁੜਦੇ ਜਾ ਰਹੇ ਨੇ। ਤੇ ਰਵਿਦਾਸ ਜੀ ਜਿਹੜਾ ਉਪਦੇਸ਼ ਦੇ ਰਹੇ ਨੇ ਉਹ ਹੈ ਕਿ ਜਿਹੜਾ ਧੰਦਾ ਹੈ ਉਹੀ ਧਰਮ ਹੈ। ਉਹ ਬਾਰ-ਬਾਰ ਕਹਿੰਦੇ ਨੇ ਚਮਰੱਠਾ ਗਾਂਢ ਨਾ ਜਾਣਈ ਲੋਕ ਗਠਾਵੇਂ ਪਨਈ। ਉਹ ਕਿਤੇ ਵੀ ਆਪਣੇ ਧੰਦੇ ਨੂੰ ਨਿੰਦਦੇ ਨਹੀਂ, ਕਹਿੰਦੇ ਮੇਰਾ ਧੰਦਾ ਬੜਾ ਪਵਿੱਤਰ ਹੈ। ਬ੍ਰਾਹਮਣ ਕਹਿ ਰਿਹਾ ਧਰਮ ਧੰਦਾ ਹੈ, ਰਵਿਦਾਸ ਜੀ ਕਹਿ ਰਹੇ ਨੇ ਧੰਦਾ ਧਰਮ ਹੈ। ਇਹੀ ਵਿਚਾਰਧਾਰਾ ਦੀ ਜੰਗ ਹੈ, ਇਹੀ ਵਿਰੋਧਤਾ ਹੈ। ਹੁਣ ਬ੍ਰਾਹਮਣ ਜਿਹੜਾ ਹੈ ਉਹ ਸੋਚਦਾ ਹੈ ਕਿ ਮੀਰਾ ਜਿਹੜੀ ਹੈ ਇਹ ਤੇ ਰਵਿਦਾਸ ਦੀ ਚੇਲੀ ਬਣ ਗਈ। ਜੇ ਕਿਤੇ ਇਸ ਰਾਜ ਘਰਾਣੇ ਦੀਆਂ ਬਾਕੀ ਔਰਤਾਂ ਵੀ ਬਣੀਆਂ ਤਾਂ ਇਸ ਰਾਜ ਘਰਾਣੇ 'ਚ ਜਿਹੜਾ ਸਾਡਾ ਪ੍ਰਭਾਵ ਹੈ ਉਹ ਤੇ ਖਤਮ ਹੋ ਜਾਵੇਗਾ। ਤੇ ਉਸ ਸਮੇਂ ਸਮੰਤ ਦੇ ਕੋਲ ਵੀ 2 ਤਾਕਤਾਂ ਨੇ। ਜੇ ਤੁਸੀਂ ਰਾਜਪੁਤਾਨੇ ਦਾ ਇਤਿਹਾਸ ਪੜ੍ਹੋ, ਜਿਹੜਾ ਰਾਜਾ ਹੈ ਉਹਦੇ ਜਿਹੜੇ ਰਜਾੜੇ ਸਲਾਹਕਾਰ ਨੇ ਉਹਨਾਂ 'ਚ ਸਮੰਤ ਨੇ। ਸਮੰਤ 6 ਤਰ੍ਹਾਂ ਦੇ ਹੁੰਦੇ ਨੇ, ਮੁਖਿਆ ਸਮੰਤ, ਆਮ ਸਮੰਤ, ਖਾਸ ਸਮੰਤ, ਸ਼ਤਰੂ ਸਮੰਤ, 6 ਤਰ੍ਹਾਂ ਦੇ ਸਮੰਤ ਹੁੰਦੇ ਨੇ। ਉਹ ਜਿਹੜੇ ਸਮੰਤ ਨੇ ਉਹ ਉਸ ਸਮੇਂ ਦੇ ਰਾਜਪੂਤ ਰਾਜੇ ਦੇ ਧਾਰਮਿਕ ਸਲਾਹਕਾਰ ਵੀ ਨੇ। ਉਹ ਰਾਜੇ ਨੂੰ ਸਲਾਹ ਦਿੰਦੇ ਨੇ, ਕਹਿੰਦੇ ਨੇ ਵਧੀਆ ਤਰੀਕਾ ਤਾਂ ਇਹ ਹੈ, ਮੀਰਾ ਬਾਈ ਨੂੰ ਰੋਕ ਕੇ ਵੇਖ ਲਿਆ, ਮੀਰਾ ਬਾਈ ਨੂੰ ਅੰਦਰ ਡੱਕ ਕੇ ਵੇਖ ਲਿਆ, ਮੀਰਾ ਬਾਈ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਮੀਰਾ ਬਾਈ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਚੰਗੀ ਗੱਲ ਤੇ ਹੈ ਕਿ ਹੁਣ ਇਹਦੇ ਨਾਲੋਂ ਰਵਿਦਾਸ ਨੂੰ ਖਤਮ ਕੀਤਾ ਜਾਵੇ ਵੀ ਨਾ ਬਾਂਸ ਰਹੇਗਾ ਤੇ ਨਾ ਬਾਂਸਰੀ ਵੱਜੇਗੀ। ਹੁਣ ਇਹਦੇ ਵਾਸਤੇ ਸਾਡੇ ਕੋਲ 4 ਹਵਾਲੇ ਨੇ, 5 ਹੀ ਨੇ ਤਕਰੀਬਨ। ਇੱਕ ਤੇ ਹੈ ਡਾਕਟਰ ਰਾਮ ਸ਼ਰਮ ਕੁਰੀਲ, ਇੱਕ ਹੈ ਸਤਨਾਮ ਸਿੰਘ ਦਾ ਇੱਕ ਥੀਸਿਸ ਹੈ ਰਵਿਦਾਸ ਕੀ ਹੱਤਿਆ ਕਾ षड्यंत्र, ਇੱਕ ਹੈ ਡਾਕਟਰ ਧਰਮਵੀਰ, ਇੱਕ ਹੈ ਡਾਕਟਰ ਸ਼ਾਂਤੀ ਸਰੂਪ ਬੋਧ ਤੇ ਇੱਕ ਹੈ ਡਾਕਟਰ ਰਾਮ ਸਰੂਪ ਵਰਮਾ। ਇਹ 6 ਦੀਆਂ 6 ਕਿਤਾਬਾਂ ਦੇ ਹਵਾਲੇ ਮੇਰੇ ਕੋਲ ਨੇ। ਹੁਣ ਬ੍ਰਾਹਮਣ ਜਿਹੜੇ ਨੇ ਉਹ ਰਾਜੇ ਦੇ ਦਰਬਾਰ 'ਚ ਜਾਂਦੇ ਨੇ। ਅੱਜ ਵੀ ਜਦੋਂ ਅਦਾਲਤ ਦੇ ਵਿੱਚ ਕੋਈ ਕੇਸ ਜਾਂਦਾ ਹੈ ਤੇ ਸਜ਼ਾ ਸੁਣਾਉਣ ਤੋਂ ਪਹਿਲਾਂ ਉਸ ਦੇ ਨਾਲ ਕੁਝ ਪ੍ਰਮਾਣ ਲਗਾਏ ਜਾਂਦੇ ਨੇ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਸੀ ਤੇ ਇਸ ਵਾਪਰੀ ਘਟਨਾ ਦੇ ਵਿੱਚ ਇਸ ਧਾਰਾ ਦੇ ਅਧੀਨ ਇਸ ਵਿਅਕਤੀ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਪ੍ਰਮਾਣ ਲਗਾਏ ਜਾਂਦੇ ਨੇ। ਅੱਜ ਵੀ ਵਕੀਲ ਜਿਹੜਾ ਹੈ ਉਹ ਕਿਤਾਬਾਂ ਨੂੰ ਪੜ੍ਹ ਕੇ ਜੱਜ ਦੇ ਸਾਹਮਣੇ ਕਿਤਾਬਾਂ ਲੈ ਕੇ ਜਾਂਦਾ ਹੈ ਕਿ ਜੱਜ ਸਾਹਿਬ ਵੇਖੋ ਆਹ ਕੇਸ ਵਾਪਰਿਆ ਸੀ, ਆਹ ਸੇਮ ਧਾਰਾ ਸੀ ਤੇ ਫਲਾਣੀ ਕੋਰਟ ਨੇ ਇਸ ਧਾਰਾ ਦੇ ਅਧੀਨ ਇਸ ਤਰ੍ਹਾਂ ਦੀ ਸਜ਼ਾ ਸੁਣਾਈ ਸੀ। ਹੁਣ ਰਵਿਦਾਸ ਜੀ ਦੇ ਖਿਲਾਫ ਸਮੰਤ ਤੇ ਬ੍ਰਾਹਮਣ ਇਕੱਠੇ ਹੋ ਕੇ ਗਏ ਨੇ ਉਸ ਰਾਜਪੁਤਾਨੇ ਦੇ ਰਾਜੇ ਦੇ ਕੋਲ ਤੇ ਕਹਿ ਰਹੇ ਨੇ ਕਿ ਰਵਿਦਾਸ ਨੇ ਜਿਹੜਾ ਗੁਨਾਹ ਕੀਤਾ ਹੈ ਇਸ ਗੁਨਾਹ ਦੀ ਸਜ਼ਾ ਇੱਕ ਵਾਰ ਤਾਂ ਦਰੋਜਨ ਜਿਹੜਾ ਹੈ ਉਹ ਇੱਕ 4 ਵਾਕ ਵਾਲੇ ਨਾਸਤਕ ਨੂੰ ਦੇ ਚੁੱਕਾ ਹੈ ਤੇ ਇੱਕ ਸਜ਼ਾ ਭਗਵਾਨ ਰਾਮ ਦੇ ਚੁੱਕੇ ਨੇ। ਸ਼ੂਦਰ ਨੂੰ ਭਗਤੀ ਦਾ ਔਰ ਗਿਆਨ ਦਾ ਕੋਈ ਅਧਿਕਾਰ ਨਹੀਂ, ਇਸ ਕਰਕੇ ਰਵਿਦਾਸ ਨੂੰ ਵੀ ਖਤਮ ਕੀਤਾ ਜਾਵੇ। ਸ਼ਿਕਾਇਤ ਹੋ ਰਹੀ ਹੈ। ਹੁਣ ਕੇਸ ਦੇ ਵਿੱਚ ਉਦਾਹਰਨ ਕਿਹੜੀ ਲਾਈ ਜਾ ਰਹੀ ਹੈ?
ਮਹਾਰਿਸ਼ੀ ਵਾਲਮੀਕੀ ਦੀ ਰਾਮਾਇਣ। ਭਗਵਾਨ ਰਾਮ ਦਰਬਾਰ ਲੱਗਾ ਹੋਇਆ, ਇੱਕ ਬ੍ਰਾਹਮਣ ਨੇ ਆਪਣਾ ਮਰਿਆ ਹੋਇਆ ਬੱਚਾ ਹੱਥ 'ਚ ਚੁੱਕਿਆ, ਉੱਚੀ ਉੱਚੀ ਰੋਂਦਾ ਦਰਬਾਰ ਦੇ ਵਿੱਚ ਆਇਆ, ਰਾਮ ਤੂੰ ਤੇ ਕਹਿੰਦਾ ਸੀ ਜਿੰਨਾ ਚਿਰ ਮੇਰਾ ਰਾਜ ਰਹੇਗਾ ਕਿਸੇ ਵੀ ਪਿਤਾ ਦੇ ਹੁੰਦਿਆਂ ਪੁੱਤਰ ਦੀ ਮੌਤ ਨਹੀਂ ਹੋਵੇਗੀ, ਮੇਰੇ ਬੱਚੇ ਦੀ ਮੌਤ ਕਿਉਂ ਹੋਈ ਹੈ? ਕੋਲ ਖੜਾ ਸੀ ਕੁਲ ਗੁਰੂ ਵਸ਼ਿਸ਼ਠ। ਵਸ਼ਿਸ਼ਠ ਕਹਿੰਦਾ ਹੈ, ਰਾਮ ਇਸ ਬ੍ਰਾਹਮਣ ਦੇ ਬੱਚੇ ਦੀ ਮ੍ਰਿਤੂ ਇਸ ਕਰਕੇ ਹੋਈ ਹੈ, ਤੇਰੇ ਰਾਜ ਦੇ ਵਿੱਚ ਜ਼ਰੂਰ ਕੋਈ ਸ਼ੂਦਰ ਭਗਤੀ ਕਰ ਰਿਹਾ, ਬੜਾ ਵੱਡਾ ਗੁਨਾਹ ਹੋ ਰਿਹਾ, ਬਹੁਤ ਵੱਡਾ ਕੁਕਰਮ ਹੋ ਰਿਹਾ, ਕੋਈ ਸ਼ੂਦਰ ਭਗਤੀ ਕਰ ਰਿਹਾ। ਰਾਮ ਕਿਰਪਾਨ ਕੱਢਦਾ, ਸ਼ੂਦਰ ਨੂੰ ਲੱਭਣ ਦੇ ਵਾਸਤੇ ਜਾਂਦਾ ਹੈ। ਅਖੀਰ ਜੰਗਲ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਸ਼ੰਭੂਕ ਨਾਂ ਦਾ ਦਲਿਤ ਜਾਤੀ ਦਾ ਜਿਹੜਾ ਨੌਜਵਾਨ ਹੈ ਉਹ ਭਗਤੀ ਕਰ ਰਿਹਾ, ਖੂਹ ਦੇ ਕੋਲ ਬੈਠ ਕੇ। ਰਾਮ ਦੇ ਨਾਲ ਉਸਦੀ ਵਾਰਤਾਲਾਪ ਹੁੰਦੀ ਹੈ। ਰਾਮ ਕਹਿੰਦਾ ਤੂੰ ਭਗਤੀ ਕਿਉਂ ਕਰ ਰਿਹਾ? ਉਹ ਕਹਿੰਦਾ ਭਗਤੀ ਮੇਰਾ ਇਸ ਕਰਕੇ ਅਧਿਕਾਰ ਹੈ ਕਿ ਮੈਨੂੰ ਵੀ ਉਸੇ ਪ੍ਰਮਾਤਮਾ ਨੇ ਬਣਾਇਆ। ਰਾਮ ਕਹਿੰਦਾ ਤੈਨੂੰ ਇਹ ਨਹੀਂ ਪਤਾ ਕਿ ਤੂੰ ਰਾਮ ਦੇ ਰਾਜ 'ਚ ਦਲਿਤ ਭਗਤੀ ਨਹੀਂ ਕਰ ਸਕਦਾ। ਉਹ ਕਹਿੰਦਾ ਰਾਮ ਦਾ ਰਾਜ ਜ਼ਮੀਨ ਤੇ ਹੋ ਸਕਦਾ, ਪਰ ਜਿਸ ਰਾਮ ਦੀ ਭਗਤੀ ਮੈਂ ਕਰ ਰਿਹਾ ਉਹਦਾ ਰਾਜ ਬ੍ਰਹਿਮੰਡ ਦੇ ਉੱਪਰ ਹੈ। ਕਾਫੀ ਹੋਰ ਸਵਾਲ ਹੁੰਦੇ ਨੇ, ਮਹਾਰਿਸ਼ੀ ਵਾਲਮੀਕੀ ਦੀ ਰਾਮਾਇਣ ਨੂੰ ਪੜ੍ਹ ਕੇ ਵੇਖਿਓ, ਬੜੇ ਸਵਾਲ ਜਵਾਬ ਹੁੰਦੇ ਨੇ। ਅਖੀਰ ਰਾਮ ਸਪਸ਼ਟ ਕਰ ਦਿੰਦਾ ਹੈ ਕਿ ਮੇਰਾ ਜਿਹੜਾ ਰਾਜ ਹੈ ਉਹ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਸੂਚਕ ਹੈ ਤੇ ਮੈਂ ਤੈਨੂੰ ਭਗਤੀ ਦੀ ਇਜਾਜ਼ਤ ਨਹੀਂ ਦਿੰਦਾ। ਰਾਮ ਆਪ ਤਲਵਾਰ ਦਾ ਵਾਰ ਕਰਦਾ, ਦਲਿਤ ਦਾ ਸਿਰ ਵੱਢ ਦਿੰਦਾ, ਦਸ਼ਰਥ ਦਾ ਬੇਟਾ ਰਾਮ। ਤੇ ਉਸੇ ਦਿਨ ਅਗਸਤ ਰਿਸ਼ੀ ਦੇ ਆਸ਼ਰਮ 'ਚ ਆ ਕੇ ਜਸ਼ਨ ਮਨਾਇਆ ਜਾਂਦਾ ਹੈ ਕਿ ਅੱਜ ਇੱਕ ਭਗਤੀ ਕਰਦੇ ਦਲਿਤ ਦਾ ਸਿਰ ਕੱਟਿਆ ਗਿਆ। ਰਾਮਾਇਣ ਨੂੰ ਪੜ੍ਹ ਕੇ ਵੇਖ ਲਿਓ, ਮੈਂ ਕੋਲੋਂ ਕੁਝ ਨਹੀਂ ਕਹਿ ਰਿਹਾ। ਹੁਣ ਖਿਆਲ ਕਰਿਓ, ਇਹ ਉਦਾਹਰਨਾਂ ਜਿਹੜੀਆਂ ਨੇ ਸਮੰਤ ਜਿਹੜੇ ਨੇ ਉਹ ਲਾ ਰਹੇ ਨੇ ਉਸ ਰਾਜਪੁਤਾਨੇ ਦੇ ਰਾਜੇ ਦੇ ਕੋਲ, ਜਿਹੜਾ ਮੀਰਾਬਾਈ ਦੇ ਖਾਨਦਾਨ ਦੇ ਵਿੱਚੋਂ ਹੈ। ਉਸ ਨੂੰ ਕਹਿ ਰਹੇ ਨੇ ਕਿ ਤੇਰਾ ਫਰਜ਼ ਬਣਦਾ ਹੈ ਕਿ ਤੂੰ ਰਵਿਦਾਸ ਨੂੰ ਸਜ਼ਾ ਦੇ। ਆ ਵੇਖ ਸਾਡੇ ਸਾਹਮਣੇ ਉਦਾਹਰਨਾਂ ਨੇ ਕਿ ਰਾਮ ਨੇ ਸਜ਼ਾ ਨਹੀਂ ਦਿੱਤੀ। ਦਲਿਤ ਪਹਿਲਾਂ ਤੇ ਕੇਵਲ ਭਗਤੀ ਕਰਦਾ ਸੀ, ਹੁਣ ਤਾਂ ਦਲਿਤ ਨੇ ਹੋਰ ਵੱਡਾ ਗੁਨਾਹ ਕਰ ਦਿੱਤਾ ਹੈ। ਦਲਿਤ ਨੇ ਮੀਰਾਬਾਈ ਨੂੰ ਧਰਮ ਦੀ ਦੀਖਿਆ ਦੇ ਦਿੱਤੀ ਹੈ, ਜਿਸ ਨੂੰ ਅਸੀਂ ਕਹਿੰਦੇ ਸੀ ਕਿ ਸ਼ੂਦਰ ਔਰ ਨਾਰੀ ਧਰਮ ਦੇ ਗਿਆਨ ਦੇ ਅਧਿਕਾਰੀ ਨਹੀਂ ਹੋ ਸਕਦੇ। ਇਹਨੇ ਦੋਵੇਂ ਸਾਡੇ ਸਾਹਮਣੇ ਗੱਲਾਂ ਖਤਮ ਕਰਕੇ ਰੱਖ ਦਿੱਤੀਆਂ ਨੇ। ਕਿਤੇ ਕੁਛ ਵੀਰ ਬਜ਼ੁਰਗ, ਸ਼ਾਇਦ ਤੁਸੀਂ ਇੱਕ ਤਸਵੀਰ ਵੇਖੀ ਹੋਵੇ ਜਿੱਥੇ ਰਵਿਦਾਸ ਜੀ ਆਪਣੀ ਚਮੜਾ ਚੀਰਨ ਵਾਲੀ ਆਰ ਦੇ ਨਾਲ ਆਪਣੀ ਛਾਤੀ ਚੀਰ ਕੇ ਵਿਖਾ ਰਹੇ ਨੇ। ਇਹ ਫੋਟੋ ਬੜੀ ਪੁਰਾਣੀ ਹੁੰਦੀ ਸੀ, ਹੁਣ ਘੱਟ ਮਿਲਦੀ ਹੈ। ਇਹ ਬ੍ਰਾਹਮਣਵਾਦ ਦੀ ਸਭ ਤੋਂ ਵੱਡੀ ਸਾਜ਼ਿਸ਼ ਸੀ, ਇਸ ਤਸਵੀਰ ਨੂੰ ਤਿਆਰ ਕਰਾਉਣਾ। ਰਵਿਦਾਸ ਜੀ ਦੇ ਉੱਪਰ ਦੋਸ਼ ਆਇਦ ਕੀਤਾ ਗਿਆ, ਰਾਜੇ ਦੇ ਸਾਹਮਣੇ ਦਰਬਾਰ ਦੇ ਵਿੱਚ ਬੁਲਾਇਆ ਗਿਆ। ਹੁਣ ਬ੍ਰਾਹਮਣਾਂ ਨੂੰ ਇਹ ਪਤਾ ਕਿ ਮੂਰਤੀ ਪੂਜਾ ਦੇ ਪੱਖ 'ਚ ਅਸੀਂ ਹਾਰ ਚੁੱਕੇ ਹਾਂ। ਬ੍ਰਾਹਮਣਾਂ ਨੂੰ ਇਹ ਪਤਾ ਕਿ ਗਿਆਨ ਦੇ ਸਾਹਮਣੇ ਅਸੀਂ ਹਾਰ ਚੁੱਕੇ ਹਾਂ। ਬ੍ਰਾਹਮਣ ਨੂੰ ਇਹ ਪਤਾ ਕਿ ਧਰਮ ਨੂੰ ਧੰਦਾ ਬਣਾਉਣ ਦੀ ਚੇਸ਼ਟਾ 'ਚ ਅਸੀਂ ਹਾਰ ਚੁੱਕੇ ਹਾਂ। ਬ੍ਰਾਹਮਣ ਨੂੰ ਇਹ ਪਤਾ ਕਿ ਅਸੀਂ ਮੁਰਤਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਐਕਸਕਮਿਊਨੀਕੇਟ ਕਰਨ ਦੀ, ਲੋਕਾਂ ਦਾ ਸਾਥ ਵੱਧ ਮਿਲਿਆ ਸੀ, ਉੱਥੇ ਹਾਰ ਚੁੱਕੇ ਹਾਂ। ਬ੍ਰਾਹਮਣ ਨੂੰ ਇਹ ਪਤਾ ਕਿ ਰਾਜ ਦਰਬਾਰ ਦੇ ਵਿੱਚ ਜਿਹੜਾ ਚੇਤਨਤਾ ਹੈ ਉਸ ਨੂੰ ਵੀ, ਇਸ ਨੂੰ ਕਬੂਲ ਕਰ ਰਿਹਾ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ, ਅਸੀਂ ਇੱਥੇ ਵੀ ਹਾਰ ਚੁੱਕੇ ਹਾਂ। ਹੁਣ ਸਾਹਮਣੇ ਸਵਾਲ ਕੀਤਾ ਜਾਂਦਾ ਹੈ ਕਿ ਬਾਕੀ ਤੇ ਗੱਲਾਂ ਛੱਡੋ, ਤੁਸੀਂ ਜਨੇਊ ਕਿਉਂ ਨਹੀਂ ਪਹਿਨਦੇ? ਗੁਰੂ ਨਾਨਕ ਸਾਹਿਬ ਨੂੰ ਜਿਸ ਵੇਲੇ ਪੰਡਤ ਹਰਦਿਆਲ ਜਨੇਊ ਪਾਉਣ ਵਾਸਤੇ ਆਉਂਦੇ ਨੇ ਤੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਮੈਂ ਨਹੀਂ ਪਾਉਂਦਾ, ਪਾਤਸ਼ਾਹ ਨੇ ਕਿਹਾ ਮੈਂ ਪਾਉਣ ਨੂੰ ਤਿਆਰ ਹਾਂ, ਪਰ ਜਨੇਊ ਆ ਚਾਹੀਦਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪੰਡੇ ਕੱਤ, ਨਾ ਇਹ ਟੁੱਟੇ ਨਾ ਮਲ ਲਾਗੇ, ਨਾ ਇਹ ਜਲੇ ਨਾ ਜਾਏ, ਧਨ ਸੁਮਾਨ ਸਨਾਨ ਕਾ ਜਨਵਰ ਬੱਲੇ ਪਾਏ। ਰਵਿਦਾਸ ਜੀ ਨੂੰ ਕਿਹਾ ਜਾ ਰਿਹਾ ਹੈ ਕਿ ਤੂੰ ਜਨੇਊ ਕਿਉਂ ਨਹੀਂ ਪਾਉਂਦਾ, ਤੇ ਰਵਿਦਾਸ ਕਹਿ ਰਹੇ ਨੇ ਕਿ ਤੂੰ ਤਾਂ ਕੇਵਲ ਧਾਗੇ ਦਾ ਜਨੇਊ ਪਾਇਆ ਹੋਇਆ, ਮੈਂ ਆਪਣੇ ਮਨ ਦੇ ਉੱਪਰ ਨਾਮ ਦਾ ਜਨੇਊ ਪਹਿਨਿਆ ਹੋਇਆ, ਮੈਂ ਤੇਰੇ ਧਾਗੇ ਦੇ ਜਨੇਊ ਨੂੰ ਪ੍ਰਵਾਨ ਨਹੀਂ ਕਰਦਾ। ਬ੍ਰਾਹਮਣਵਾਦ ਨੇ ਉੱਥੇ ਇੱਕ ਸਾਜ਼ਿਸ਼ ਬਣਾਈ। ਬ੍ਰਾਹਮਣਵਾਦ ਨੇ ਕਿਹਾ ਕਿ ਰਵਿਦਾਸ ਜੀ ਨੇ ਉਸੇ ਵੇਲੇ ਆਪਣਾ ਅੰਦਰਲਾ ਜਨੇਊ ਵਿਖਾਉਣ ਦੇ ਵਾਸਤੇ ਆਪਣਾ ਜਿਸਮ ਜਿਹੜਾ ਸੀ ਉਹ ਚੀਰ ਲਿਆ ਤੇ ਬ੍ਰਾਹਮਣ ਨੂੰ ਜਨੇਊ ਵਿਖਾ ਦਿੱਤਾ ਤੇ ਉਹ ਅਕਾਲ ਚਲਾਣਾ ਕਰ ਗਏ। ਇਹ ਗੱਲ ਬਿਲਕੁਲ ਗਲਤ ਹੈ। ਰਵਿਦਾਸ ਜੀ ਵਰਗਾ ਵਿਅਕਤੀ ਜਿਸ ਨੇ ਆਪਣੀ ਚੇਤਨਤਾ ਔਰ ਗਿਆਨ ਦੇ ਨਾਲ ਬ੍ਰਾਹਮਣ ਨੂੰ ਇੰਨਾ ਝੁਕਾ ਦਿੱਤਾ ਹੋਵੇ ਕਿ ਉਹ ਬ੍ਰਾਹਮਣ ਦੇ ਬਾਰੇ ਕਹਿ ਰਹੇ ਨੇ ਕਿ ਆਚਾਰ ਸਹਿਤ ਵਿਪਰ ਕਰੇ ਡੰਡਾਉ ਤਿਨ ਤਨੇ, ਰਵਿਦਾਸ ਦਾ ਆਸਾਨ ਦਾਸਾ ਵੇਂਦਾ ਕਦਮ ਨਹੀਂ ਚੁੱਕ ਸਕਦੇ। ਦਰਅਸਲ ਹੋਇਆ ਕਿ ਰਵਿਦਾਸ ਜੀ ਕਹਿ ਰਹੇ ਨੇ ਕਿ ਮੇਰੇ ਅੰਦਰ ਗਿਆਨ ਦਾ ਜਨੇਊ ਹੈ, ਬ੍ਰਾਹਮਣ ਬਾਹਰ ਦੇ ਜਨੇਊ ਦੀ ਵਜਾਹਤ ਕਰ ਰਿਹਾ ਹੈ। ਉਸ ਵੇਲੇ ਜ਼ਬਰਦਸਤੀ ਫੜ ਕੇ ਉਹ ਕਹਿੰਦੇ ਨੇ ਰਾਜਾ ਜੇ ਇਹਨੇ ਅੰਦਰ ਜਨੇਊ ਪਾਇਆ ਤੇ ਇਸ ਨੂੰ ਚੀਰ ਕੇ ਵੇਖਣਾ ਚਾਹੀਦਾ। ਰਵਿਦਾਸ ਜੀ ਨੂੰ ਉੱਥੇ ਕਤਲ ਕੀਤਾ ਗਿਆ, ਚੀਰਿਆ ਗਿਆ। ਇਸ ਦੇ ਵਾਸਤੇ ਮੈਂ ਤੁਹਾਨੂੰ 4 ਕਿਤਾਬਾਂ ਦੇ ਹਵਾਲੇ ਦੱਸ ਦਿੰਦਾ, ਜ਼ਰੂਰ ਪੜ੍ਹ ਲਿਓ।
एक सतनाम सिंह की किताब रविदास की हत्या का षड्यंत्र, एक डॉक्टर धर्मवीर की किताब, एक राम शर्म कलीर की किताब, एक शांति स्वरूप बोध की और एक राम स्वरूप वर्मा की। ये 5 किताबां ने, बड़े तगड़े थीसिस ने। पढ़ के वेखियो किस तरह के नाल मैं सोचदा ये भी अपने आप दे विच कितनी वड्डी शहादत सी जिसनूं असीं समझ ना सके। असीं भी उस साजिश का पढ़दा जिहड़ा असीं बाहर पढ़ के आए सी, जिੱਥੋਂ मैं लैक्चर शुरू किया सी, माँ दो अविद्या है तकीन, जानण की कोशिश ना की और अज्ञान दे विच ही असी सच जाने दस ही ना सके गए कि भगत रविदास जी ने कितना ज़्यादा उस समय क्रांतिकारी प्रचार किया। ब्राह्मण ने उन्होंने खिलाफ किहड़ियां साजिशां घड़ियां, किस तरह के नाल एक साजिशी विधि नाल उन्होंने जीवन का अंत किया गया। जो उन्होंने ये अंत किया गया, अगली उदाहरण होर, मीराबाई जिहड़ी सी किले नूं छड्ड के चली गई। मीराबाई नूं पता लगा कि जिस दे कोलों उसने निर्गुण प्रभु के ज्ञान का साधन स्रोत या फिर जानकारी लई सी, उन्होंने इस तरह बेदर्दी के नाल कतल कर दिता गया। वो किले नूं छड्ड के चली गई। उस तो बाद उन्होंने वापस लियाउण दे वास्ते कोशिशां कीतियां गईयां समंतां दे राहीं और राज दरबार दे राहीं। मीराबाई इस शरत ते दोबारा किले दे विच आउण नूं तैयार हुई कि मैं इस किले दे विच चित्तौड़गढ़ दे विच तय आवांगी जेकर जिस जगह के उपर उन्होंने कतल किया गया, जेकर उस जगह पर यादगार स्थापित की जाए। इस करके भगत रविदास जी की अकाल चलाने की जगह के उपर चित्तौड़गढ़ के किले च स्थान बनया रविदास छतरी कहा जाता। सो ये साडे इतिहास दियां वो गल्लां सी जिन्हां दे उपरों असीं बिल्कुल पर्दा पाई बैठे हैं। क्यों? क्योंकि जो कुछ सानू ब्राह्मण ने साखियां च पढ़ा दिता असीं उसे गल नूं अपने मन दे विच स्वीकार कर लिया। पर ये जिहड़ी विचारधारा की जंग सी जिहड़ी अजे तक निरंतर जारी है, असी इस जंग नूं समझण की कोशिश ना की कि ये जंग कदी साडे ते मानसिक हमले करती है, कदी सरीरक हमले करती है, कदी नशियां दे रूप साडी जवानी नूं गर करती है। ये जिहड़ी साजिशी विधि की जंग है ना, इस जंग नूं समझण की लोड़ है। और इस जंग नूं तां समझिया जा सकता है जे साडे कोल ये चानण होवेगा जिस चानण नूं असीं कहने जे सो चंदा उगवे सूरज चढ़े हजार, इत्ते चानण होंदियां घुर बिन घोर अंधार। गुरु पातशाह किरपा करे असी इस ज्ञान के चानण तो वांझे न रहिए। इन्नियां क बेनतियां प्रवान फतेह की सांझ गज के आखियो जी। वाहिगुरू जी का खालसा, वाहिगुरू जी की फतेह।